TBN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਆਓ ਅੱਜ ਜਿਹੜੀਆਂ ਖਬਰਾਂ ਨੂੰ ਆਧਾਰ ਬਣਾਵਾਂਗੇ ਸੰਖੇਪ ਦੇ ਵਿੱਚ ਸਭ ਤੋਂ ਪਹਿਲਾਂ ਉਹ ਸਾਂਝੀਆਂ ਕਰੀਏ। ਭਾਰਤੀ ਮੂਲ ਦੀ ਭਵਿਆ ਲਾਲ ਨਾਸਾ ਦੀ ਬਣੀ ਕਾਰਜਕਾਰੀ ਮੁਖੀ। ਦਿਲ ਦਾ ਅਮੀਰ ਬਾਬਾ ਜੱਗੀ ਕੌਣ? ਵਿਧਾਨ ਸਭਾ ਵਿੱਚ ਮੁੜ ਲਿਆਂਦਾ ਜਾਵੇਗਾ ਖੇਤੀ ਸੋਧ ਬਿੱਲ। ਹਿਰਾਸਤ ਵਿੱਚ ਲੈ ਗਏ ਕਿਸਾਨਾਂ ਦੀ ਰਿਹਾਈ ਤੱਕ ਨਹੀਂ ਹੋਵੇਗੀ ਸਰਕਾਰ ਨਾਲ ਗੱਲ, ਕਿਸਾਨ ਮੋਰਚੇ ਦਾ ਕਹਿਣਾ। ਕਿਸਾਨ ਮੋਰਚੇ ਦੀ ਲੀਗਲ ਕਮੇਟੀ ਨੇ ਕੀਤੀ ਕੇਜਰੀਵਾਲ ਨਾਲ ਮੁਲਾਕਾਤ। ਪੱਤਰਕਾਰ ਮਨਦੀਪ ਪੂਨੀਆ ਨੂੰ ਮਿਲੀ ਜ਼ਮਾਨਤ। ਪੌਪ ਸਟਾਰ ਰਿਹਾਨਾ ਵੱਲੋਂ ਕਿਸਾਨ ਅੰਦੋਲਨ ਦਾ ਸਮਰਥਨ। ਦਿੱਲੀ ਕਿਸਾਨ ਮੋਰਚੇ ਵਿੱਚ ਬਿਮਾਰ ਕਿਸਾਨ ਦੀ ਹੋਈ ਮੌਤ ਅਤੇ ਪਿੰਡ ਰਾਮਪੁਰ ਛੰਨਾ ਦੇ ਨੌਜਵਾਨ ਕਿਸਾਨ ਦੀ ਟਿਕਰੀ ਸਰਹੱਦ ਤੇ ਮੌਤ। ਦੋਸਤੋ, ਇਹ ਕੁਝ ਖਬਰਾਂ ਨੇ ਤੇ ਇਹਨਾਂ ਤੋਂ ਇਲਾਵਾ ਵੀ ਕੁਝ ਹੋਰ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਪ੍ਰੋਗਰਾਮ ਦੇ ਦੌਰਾਨ ਵਿਸਥਾਰ ਸਹਿਤ ਗੱਲਬਾਤ ਕਰਾਂਗਾ। ਇਸ ਤੋਂ ਪਹਿਲਾਂ ਕਿ ਜੇਕਰ ਹਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤਾਂ ਕਿ ਆਪਣੀ ਰੋਜ਼ਾਨਾ ਦੀ ਗੱਲਬਾਤ ਇੱਕ ਦੂਸਰੇ ਤੱਕ ਪੁੱਜਦੀ ਰਹੇ। ਆਓ ਸਭ ਤੋਂ ਪਹਿਲੀ ਤੇ ਵੱਡੀ ਖਬਰ ਆਖੀ ਜਾ ਸਕਦੀ ਹੈ ਜਿਸ ਨੇ ਇੱਕ ਇਤਿਹਾਸ ਸਿਰਜਿਆ, ਉਹ ਹੈ ਭਾਰਤੀ ਮੂਲ ਦੀ ਭਵਿਆ ਲਾਲ। ਦੁਨੀਆ ਦੀ ਸਭ ਤੋਂ ਵੱਡੀ ਸਪੇਸ ਏਜੰਸੀ ਹੈ ਨਾਸਾ। ਨਾਸਾ ਦੇ ਵਿੱਚ ਐਕਟਿੰਗ ਚੀਫ ਆਫ ਸਟਾਫ ਲਾ ਦਿੱਤਾ ਗਿਆ ਭਵਿਆ ਲਾਲ ਨੂੰ। ਨਾਸਾ ਨੇ ਆਪਣੇ ਅਧਿਕਾਰਤ ਬਿਆਨ ਦੇ ਵਿੱਚ ਕਿਹਾ ਕਿ ਭਵਿਆ ਲਾਲ ਦੇ ਕੋਲ ਕਾਫੀ ਤਜਰਬਾ ਹੈ, ਉਹਨਾਂ ਨੂੰ ਇੰਜੀਨੀਅਰਿੰਗ ਅਤੇ ਸਪੇਸ ਟੈਕਨੋਲੋਜੀ ਦੇ ਵਿੱਚ ਮੁਹਾਰਤ ਹੈ। ਇਸ ਨਾਲ ਨਾਸਾ ਨੂੰ ਕਾਫੀ ਲਾਭ ਮਿਲੇਗਾ। ਇਹ ਕਿੱਡੀ ਵੱਡੀ ਗੱਲ ਹੈ ਕਿ ਨਾਸਾ ਆਖ ਰਿਹਾ ਕਿ ਭਵਿਆ ਲਾਲ ਦੀ ਨਿਯੁਕਤੀ ਕਰਕੇ ਉਹਨਾਂ ਦੀਆਂ ਸੇਵਾਵਾਂ ਲੈ ਕੇ ਨਾਸਾ ਨੂੰ ਲਾਭ ਹੋਵੇਗਾ। ਇਸ ਤੋਂ ਪਹਿਲਾਂ ਜ਼ਿਕਰਯੋਗ ਹੈ ਕਿ ਭਵਿਆ ਲਾਲ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰੈਜ਼ੀਡੈਂਸ਼ੀਅਲ ਟ੍ਰਾਂਜੀਸ਼ਨ ਏਜੰਸੀ ਰਿਵਿਊ ਟੀਮ ਦਾ ਵੀ ਹਿੱਸਾ ਸਨ। ਭਵਿਆ ਲਾਲ ਸਾਲ 2005 ਤੋਂ ਲੈ ਕੇ 2020 ਤੱਕ ਇੰਸਟੀਚਿਊਟ ਫਾਰ ਡਿਫੈਂਸ ਐਨਾਲਿਸਿਸ ਸਾਇੰਸ ਐਂਡ ਟੈਕਨੋਲੋਜੀ ਪਾਲਿਸੀ ਇੰਸਟੀਚਿਊਟ, ਜਿਸ ਨੂੰ STPI ਆਖਿਆ ਜਾਂਦਾ ਹੈ, ਉਸ ਦੇ ਵਿੱਚ ਰਿਸਰਚ ਸਟਾਫ ਦੇ ਤੌਰ ਤੇ ਕੰਮ ਕਰਦੇ ਰਹੇ। ਭਵਿਆ ਲਾਲ ਵਾਈਟ ਹਾਊਸ ਵਿੱਚ ਆਫਿਸ ਆਫ ਸਾਇੰਸ ਐਂਡ ਟੈਕਨੋਲੋਜੀ ਪਾਲਿਸੀ ਐਂਡ ਨੈਸ਼ਨਲ ਸਪੇਸ ਕਾਉਂਸਲ ਦੀ ਵਿਸ਼ਲੇਸ਼ਣ ਟੀਮ ਦੀ ਮੁਖੀ ਵੀ ਰਹਿ ਚੁੱਕੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਫੈਡਰਲ ਸਪੇਸ ਓਰੀਐਂਟਡ ਆਰਗੇਨਾਈਜੇਸ਼ਨ ਜਿਵੇਂ ਨਾਸਾ, ਡਿਪਾਰਟਮੈਂਟ ਆਫ ਡਿਫੈਂਸ ਐਂਡ ਇੰਟੈਲੀਜੈਂਸ ਕਮਿਊਨਿਟੀ ਲਈ ਵੀ ਕੰਮ ਕੀਤਾ ਹੋਇਆ ਹੈ। ਭਵਿਆ ਲਾਲ ਲਗਾਤਾਰ 2 ਵਾਰ ਨੈਸ਼ਨਲ ਓਸ਼ੀਅਨਿਕ ਐਂਡ ਐਟਮੋਸਫੀਅਰਿਕ ਐਡਮਿਨਿਸਟ੍ਰੇਸ਼ਨ ਆਫ ਫੈਡਰਲ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਵਜੋਂ ਵੀ ਸੇਵਾਵਾਂ ਦੇ ਚੁੱਕੇ ਨੇ ਅਤੇ ਨਾਲ ਹੀ ਉਹ ਨਾਸਾ ਕਮਰਸ਼ੀਅਲ ਰਿਮੋਟ ਸੈਂਸਿੰਗ ਦੀ ਐਕਸਟਰਨਲ ਕਾਉਂਸਲ ਦੇ ਮੈਂਬਰ ਅਤੇ ਇਨੋਵੇਟਿਵ ਐਡਵਾਂਸਡ ਕਨਸੈਪਟ ਪ੍ਰੋਗਰਾਮ ਕਮੇਟੀ ਦੀ ਮੈਂਬਰ ਵੀ ਰਹੀ ਹੈ। ਸੋ ਤੁਸੀਂ ਦੇਖੋ ਕਿ ਕਿੰਨੀਆਂ ਪ੍ਰਾਪਤੀਆਂ ਨੇ ਇਸ ਔਰਤ ਦੀਆਂ। ਸੋ ਹੁਣ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਾਣ ਤੇ ਵੱਡਾ ਇਤਿਹਾਸ ਸਿਰਜਿਆ ਹੈ ਭਵਿਆ ਲਾਲ ਨੇ। ਇਸ ਪ੍ਰਾਪਤੀ ਦੇ ਉੱਤੇ ਅਮਰੀਕਾ ਵਿੱਚ ਰਹਿਣ ਵਾਲੇ ਤੇ ਦੁਨੀਆ ਵਿੱਚ ਰਹਿਣ ਵਾਲੇ ਭਾਰਤੀ ਉਹਨਾਂ ਤੇ ਮਾਣ ਕਰ ਰਹੇ ਹੈ। ਅਗਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਆ ਵੀ ਮਾਣ ਵਾਲੀ ਖਬਰ ਹੈ, ਬਹੁਤ ਵੱਡੀ ਖਬਰ ਹੈ। ਆਮ ਤੌਰ ਤੇ ਅਸੀਂ ਕਹਿੰਦੇ ਹਾਂ ਕਿ ਗਰੀਬ ਬੰਦੇ ਦਾ ਵੀ ਆਹ ਕੰਮ ਨਹੀਂ ਕਰ ਸਕਦੇ। ਮੈਂ ਇੱਕ ਦਿਨ ਜ਼ਿਕਰ ਕਰ ਰਿਹਾ ਸੀ ਕਿ ਕਿਸਾਨਾਂ ਨਾਲੋਂ ਵੱਡਾ ਅਮੀਰ ਕੌਣ ਹੋਵੇਗਾ। ਕਿਸੇ ਕੋਲ ਏਕੜ ਹੈ, ਕਿਸੇ ਕੋਲ 2 ਏਕੜ ਹੈ, ਕਿਸੇ ਕੋਲ 4 ਏਕੜ ਨੇ, ਪਰ ਲੰਗਰ ਸਭ ਤੋਂ ਵੱਧ ਜੇਕਰ ਲਾਉਂਦੀ ਹੈ ਤਾਂ ਇਹ ਕੌਮ ਲਾਉਂਦੀ ਹੈ। ਕਦੇ ਕਿਸੇ ਤੇ ਹੱਕ ਤੇ ਡਾਕਾ ਮਾਰਨ ਦੀ ਕੋਸ਼ਿਸ਼ ਨਹੀਂ ਕਰਦੇ। ਤੁਸੀਂ ਦੇਖੋ ਕਿ ਅਬਾਨੀ ਨੇ ਭਾਵੇਂ ਅਡਾਨੀ ਨੇ ਕਾਰਪੋਰੇਟ ਜਗਤ ਦੇਖੋ ਰੱਜਦਾ ਹੀ ਨਹੀਂ। ਜਿੰਨੀ 1 ਸੈਕਿੰਡ ਦੇ ਵਿੱਚ ਉਹਨਾਂ ਦੀ ਕਮਾਈ ਹੈ ਤੇ ਆਮ ਵਿਅਕਤੀ 3 ਸਾਲ ਲਾਵੇਗਾ। ਤੁਸੀਂ ਦੇਖੋ ਕਿ ਕਮਾਈ ਕਿੰਨੀ ਹੋਣੀ ਹੈ ਉਹਨਾਂ ਦੀ 1 ਸੈਕਿੰਡ ਤੇ, ਕਿੱਥੇ 3 ਸਾਲ। ਜਿੰਨੀ ਕਮਾਈ 1 ਘੰਟੇ 'ਚ ਕਰਦੇ ਆ ਆਮ ਵਿਅਕਤੀ ਨੂੰ 10,000 ਸਾਲ ਲੱਗਣਗੇ। ਹੈਰਾਨੀ ਦੀ ਹੱਦ ਹੈ ਕਿ ਫਿਰ ਵੀ ਰੱਜ ਕੋਈ ਨਹੀਂ। ਹੁਣ 26 ਜਨਵਰੀ ਤੋਂ ਬਾਅਦ ਇੱਕ ਤਸਵੀਰ ਵੱਡੇ ਪੱਧਰ ਤੇ ਸਾਹਮਣੇ ਆਈ। ਉਹ ਤਸਵੀਰ ਹੈ ਖੂਨ ਨਾਲ ਲੱਥ-ਪੱਥ ਹੋਇਆ ਇੱਕ ਨੌਜਵਾਨ। ਖੁੱਲੇ ਕੇਸ ਨੇ, ਸਿੱਖ ਨੌਜਵਾਨ ਹੈ ਪਰ ਫਿਰ ਵੀ ਮੁਸਕਰਾ ਰਿਹਾ ਹੈ, ਹੱਸ ਰਿਹਾ ਹੈ। ਉਹ ਤਸਵੀਰ ਬਹੁਤ ਵਾਇਰਲ ਹੋਈ ਹੈ। ਹਰ ਇੱਕ ਸੋਸ਼ਲ ਮੀਡੀਆ ਤੇ ਤੁਹਾਨੂੰ ਇਹ ਤਸਵੀਰ ਮਿਲ ਰਹੀ ਹੈ ਤੇ ਲੋਕ ਕਾਫੀ ਉਸ ਨੂੰ ਪਸੰਦ ਕਰ ਰਹੇ ਨੇ ਕਿ ਨੌਜਵਾਨ ਜ਼ਖਮੀ ਹਾਲਤ ਵਿੱਚ ਵੀ ਹੈ, ਮੁਸਕਰਾ ਵੀ ਰਿਹਾ ਹੈ ਤੇ ਲਗਾਤਾਰ ਤਸਵੀਰਾਂ ਦੇਖ ਕੇ ਹਰ ਇੱਕ ਮਨ ਦੇ ਵਿੱਚ ਸਵਾਲ ਉੱਠ ਰਿਹਾ ਸੀ, ਆਖਰਕਾਰ ਇਹ ਨੌਜਵਾਨ ਹੈ ਕੌਣ? ਇਹ ਨੌਜਵਾਨ ਕਿੱਥੋਂ ਦਾ ਹੋਵੇਗਾ? ਇਹ ਨੌਜਵਾਨ ਕਿੰਨੇ ਕੁ ਅਮੀਰ ਘਰਾਣੇ ਨਾਲ ਸੰਬੰਧਿਤ ਹੋਵੇਗਾ? ਇਸ ਨੌਜਵਾਨ ਦੇ ਨਾਲ ਆਖਰਕਾਰ ਭਾਣਾ ਕੀ ਵਾਪਰਿਆ ਹੋਵੇਗਾ? ਤੇ ਨੌਜਵਾਨ ਦੇ ਬਾਰੇ ਖੋਜ ਪੜਤਾਲ ਕਰਨ ਤੇ ਪਤਾ ਲੱਗਿਆ ਕਿ ਇਹ ਸਿੱਖ ਨੌਜਵਾਨ
ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਦਾ ਰਹਿਣ ਵਾਲਾ ਹੈ ਅਤੇ ਇਸ ਦਾ ਨਾਮ ਹੈ ਜਗਸੀਰ ਸਿੰਘ ਤੇ ਲੋਕ ਇਸ ਨੂੰ ਜੱਗੀ ਬਾਬਾ ਕਹਿੰਦੇ ਹੈ। ਤੇ ਬੀਤੇ ਕਾਫੀ ਦਿਨਾਂ ਤੋਂ ਕਿਸਾਨ ਅੰਦੋਲਨ ਦੇ ਵਿੱਚ ਇਹ ਡਟਿਆ ਹੋਇਆ ਹੈ, ਲਾਂਗਰੀ ਦੀ ਸੇਵਾ ਕਰ ਰਿਹਾ ਹੈ। ਜੱਗੀ ਸਿੰਘ 26 ਜਨਵਰੀ ਦੀ ਦਿੱਲੀ ਪਰੇਡ ਦੇ ਵਿੱਚ ਜਿਹੜੀ ਟਰੈਕਟਰ ਪਰੇਡ ਹੋਈ, ਦਿੱਲੀ ਪੁਲਿਸ ਦੀ ਕੁੱਟਮਾਰ ਦਾ ਸ਼ਿਕਾਰ ਹੋਇਆ। ਕੁੱਟਮਾਰ ਹੋਣ ਦੇ ਬਾਵਜੂਦ ਉਹ ਦਿੱਲੀ ਪੁਲਿਸ ਅੱਗੇ ਆਪਣੇ ਹੱਕਾਂ ਦੀ ਆਵਾਜ਼ ਵੀ ਬੁਲੰਦ ਕਰਦਾ ਰਿਹਾ। ਲੋਕਾਂ ਦੇ ਵੱਲੋਂ ਉਸ ਨਾਲ ਮੌਜੂਦਾ ਕਿਸਾਨਾਂ ਦੇ ਨਾਲ ਜਦੋਂ ਉਹ ਬੈਠਦਾ ਹੈ, ਉੱਠਦਾ ਹੈ, ਸੇਵਾਵਾਂ ਨਿਭਾਉਂਦਾ, ਸਵਾਲ ਜਵਾਬ ਕੀਤੇ ਜਾ ਰਹੇ ਨੇ ਤੇ ਸਵਾਲ ਉਠਾਇਆ ਵੀ ਜਾ ਰਿਹਾ ਸੀ ਕਿ ਇਹ ਉਹ ਵਿਅਕਤੀ ਹੈ ਜਿਸ ਨੇ ਕਿਸਾਨ ਅੰਦੋਲਨ ਦੇ ਵਿੱਚ ਮੌਜੂਦ ਪੁਲਿਸ ਪ੍ਰਸ਼ਾਸਨ ਲਈ ਵੀ ਲਾਂਗਰੀ ਦੀ ਸੇਵਾ ਕੀਤੀ ਸੀ ਤੇ ਉਹੀ ਪੁਲਿਸ ਵਾਲੇ ਇਸੇ ਨੌਜਵਾਨ ਨੂੰ ਕੁਟਾਪਾ ਵੀ ਕਰ ਰਹੇ ਹੈ ਤੇ ਇਹ ਉਹੀ ਨੌਜਵਾਨ ਫਿਰ ਉਹਨਾਂ ਨੂੰ ਲੰਗਰ ਛਕਾਈ ਜਾ ਰਿਹਾ ਹੈ ਨਾ ਭਾਈ ਘਨੱਈਏ ਵਾਲਾ ਸੰਕਲਪ। ਫਿਰ ਪੁਲਿਸ ਨੇ ਇਸ ਨੌਜਵਾਨ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਕਿਉਂ ਕੀਤਾ? ਬਹੁਤ ਵੱਡਾ ਸਵਾਲ ਹਰ ਇੱਕ ਦੀ ਜ਼ੁਬਾਨ ਤੇ। ਅਸਲ ਵਿੱਚ ਜੱਗੀ ਸਿੰਘ ਇੱਕ ਬੇਹੱਦ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਨੌਜਵਾਨ ਹੈ। ਇੰਨਾ ਹੀ ਨਹੀਂ, ਕਿਸਾਨ ਸੰਘਰਸ਼ ਦੇ ਹੌਸਲੇ ਦੀ ਤਸਵੀਰ ਆਖੀ ਜਾ ਸਕਦੀ ਹੈ ਜੱਗੀ ਬਾਬਾ ਦੀ। ਜੱਗੀ ਬਾਬਾ ਦੇ ਕੋਲ ਰਹਿਣ ਵਾਸਤੇ ਸਿਰ ਤੇ ਕੋਈ ਛੱਤ ਵੀ ਨਹੀਂ, ਹੁਣ ਕਿੰਨਾ ਗਰੀਬ ਹੋਏਗਾ। ਪਰ ਜਿਹੜੀ ਉਹਦੀ ਅਮੀਰੀ ਹੈ, ਉਹਦੀ ਮੁਸਕਰਾਹਟ ਦੇ ਵਿੱਚੋਂ ਦੁਨੀਆ ਭਰ ਦੇ ਵਿੱਚ ਫੈਲ ਗਈ ਹੈ। ਤੇ ਪਿੰਡ ਪੰਧੇਰ ਦੀ ਪੰਚਾਇਤ ਦੇ ਵੱਲੋਂ ਇੱਕ ਫੈਸਲਾ ਲਿਆ ਗਿਆ ਕਿ ਜਗਸੀਰ ਸਿੰਘ ਦੇ ਘਰ ਲਈ ਜ਼ਮੀਨ ਦਿੱਤੀ ਗਈ। ਪਿੰਡ ਦੇ ਲੋਕਾਂ ਵੱਲੋਂ ਆਪਣੀ ਨੇਕ ਕਮਾਈ ਦੇ ਵਿੱਚੋਂ ਇੱਟਾਂ ਲਿਆਂਦੀਆਂ ਗਈਆਂ, ਰੇਤਾ ਲਿਆਂਦਾ ਗਿਆ ਅਤੇ ਸੇਵਾ ਕਰ ਰਹੇ ਜੱਗੀ ਬਾਬਾ ਨੂੰ ਹੁਣ ਇੱਕ ਘਰ, ਇੱਕ ਕਮਰਾ ਬਣਾ ਕੇ ਦਿੱਤਾ ਜਾਏਗਾ। ਪਿੰਡ ਦੀ ਪੰਚਾਇਤ ਨੇ ਲੋਕਾਂ ਨੂੰ ਵੀ ਜੱਗੀ ਸਿੰਘ ਦੇ ਘਰ ਦੀ ਉਸਾਰੀ ਲਈ ਸੇਵਾ ਦੇ ਵਿੱਚ ਹਿੱਸਾ ਪਾਉਣ ਦੀ ਅਪੀਲ ਕੀਤੀ ਹੈ। ਕਿ ਤੁਸੀਂ ਦੇਖੋ, ਇਹ ਨਾ ਸਮਝੋ ਕਿ ਜਿਹੜੇ ਬੰਦੇ ਦਾ ਘਰ ਕੱਚਾ ਜਾਂ ਜਿਹਦੇ ਕੋਲ ਘਰ ਹੀ ਹੈ ਨਹੀਂ ਕਿ ਉਹ ਅਮੀਰ ਨਹੀਂ ਹੋ ਸਕਦਾ। ਜੱਗੀ ਬਾਬਾ ਦੇ ਦਿਲ ਦੀ ਅਮੀਰੀ ਦੁਨੀਆ ਦੇ ਕੋਨੇ-ਕੋਨੇ ਫੈਲੀ ਹੈ। ਜਿੰਨੀ ਜੱਗੀ ਬਾਬਾ ਦੀ ਤਸਵੀਰ ਵਾਇਰਲ ਹੋਈ ਹੈ, ਕੋਈ ਅਮੀਰ ਵਿਅਕਤੀ ਚਾਹ ਕੇ ਵੀ, ਪੈਸੇ ਖਰਚ ਕੇ ਵੀ ਲੋਕਾਂ ਦੇ ਦਿਲਾਂ ਵਿੱਚ ਇੰਨਾ ਘਰ ਨਹੀਂ ਬਣਾ ਸਕਦਾ। ਇਹ ਹੈ ਸਿੱਖੀ ਦਾ ਫਲਸਫਾ, ਇਹ ਹੈ ਬਾਬੇ ਨਾਨਕ ਦੀ ਸਿੱਖੀ, ਇਹ ਹੈ ਉਹ ਸਿਧਾਂਤ ਕਿ ਕਿਰਤ ਵੀ ਕਰੋ, ਨਾਮ ਵੀ ਜਪੋ ਤੇ ਵੰਡ ਕੇ ਛਕੋ ਅਤੇ ਸਰਬੱਤ ਦੇ ਭਲੇ ਦੀ ਗੱਲ ਕਰੋ। ਜਿਹੜੇ ਡਾਂਗਾ ਮਾਰ ਰਹੇ ਨੇ ਉਹਨਾਂ ਨੂੰ ਲੰਗਰ ਵੀ ਛਕਾਉਂਦਾ ਹੈ ਜੱਗੀ ਬਾਬਾ। ਸੋ ਜੱਗੀ ਬਾਬਾ ਇੱਕ ਬੇਹੱਦ ਗਰੀਬ ਪਰਿਵਾਰ ਦਾ ਨੌਜਵਾਨ ਅੱਜ ਵੀ ਕਿਸਾਨ ਅੰਦੋਲਨ ਦੇ ਵਿੱਚ ਡਟਿਆ ਹੋਇਆ। ਅਗਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ, ਉਹ ਪੰਜਾਬ ਵਿਧਾਨ ਸਭਾ ਕੀ ਕਰਨਾ ਚਾਹੁੰਦੀ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਦੀ ਸੀ ਪੰਜਾਬ ਦੀਆਂ ਸਾਰੀਆਂ ਧਿਰਾਂ ਦੀ ਸਿਆਸੀ ਪਾਰਟੀਆਂ ਦੀ ਮੀਟਿੰਗ, ਜਿਸ ਨੂੰ ਸਰਬ ਪਾਰਟੀ ਮੀਟਿੰਗ ਆਖਿਆ ਜਾਂਦਾ ਹੈ। ਇਸ ਸਰਬ ਪਾਰਟੀ ਮੀਟਿੰਗ ਦੇ ਵਿੱਚ ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨੀ ਸੰਘਰਸ਼ ਦੀ ਹਮਾਇਤ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਕੇਂਦਰ ਸਰਕਾਰ ਦੇ ਖਿਲਾਫ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ ਹੈ। ਸਾਰੀਆਂ ਸਿਆਸੀ ਧਿਰਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਤਿੰਨੇ ਖੇਤੀ ਕਾਨੂੰਨ ਤੁਰੰਤ ਵਾਪਸ ਲੈ ਜਾਣ ਅਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਅਧਿਕਾਰ ਬਣਾ ਦਿੱਤਾ ਜਾਵੇ। ਮੀਟਿੰਗ ਦੇ ਵਿੱਚ ਸਰਬਸੰਮਤੀ ਦੇ ਨਾਲ ਫੈਸਲਾ ਕੀਤਾ ਗਿਆ ਕਿ ਕਿਸਾਨੀ ਸੰਘਰਸ਼ ਅਤੇ ਹੋਰਨਾਂ ਮਸਲਿਆਂ ਦੇ ਮੱਦੇ ਤੇ ਸਰਬ ਪਾਰਟੀ ਵਫਦ ਜਲਦੀ ਪ੍ਰਧਾਨ ਮੰਤਰੀ ਨੂੰ ਮਿਲੇ। ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਕਾਲੇ ਖੇਤੀ ਕਾਨੂੰਨਾਂ ਨੂੰ ਅਸਰਹੀਣ ਕਰਨ ਦੇ ਵਾਸਤੇ ਇੱਕ ਵਾਰ ਫਿਰ ਤੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਸੋਧ ਬਿੱਲ ਲਿਆਵੇਗੀ। ਮੀਟਿੰਗ ਦੀ ਸ਼ੁਰੂਆਤ ਦੇ ਵਿੱਚ ਕਿਸਾਨੀ ਘੋਲ ਦੇ ਵਿੱਚ ਆਪਣੀਆਂ ਜਾਨਾਂ ਗਵਾ ਚੁੱਕੇ ਕਿਸਾਨਾਂ ਨੂੰ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਸਰਬ ਪਾਰਟੀ ਮੀਟਿੰਗ ਦੇ ਵਿੱਚ ਭਾਰਤੀ ਜਨਤਾ ਪਾਰਟੀ ਗੈਰ ਹਾਜ਼ਰ ਰਹੀ, ਜਦ ਕਿ ਆਮ ਆਦਮੀ ਪਾਰਟੀ ਨੇ ਕਿਸਾਨੀ ਮੁੱਦਿਆਂ ਨਾਲ ਜੁੜੀਆਂ 2 ਮੰਗਾਂ ਨੂੰ ਲੈ ਕੇ ਮੀਟਿੰਗ ਦੇ ਆਖਰੀ ਪੜਾਅ ਦੇ ਵਿੱਚ ਵਾਕਆਊਟ ਕਰ ਦਿੱਤਾ। ਸਰਬ ਪਾਰਟੀ ਮੀਟਿੰਗ ਦੇ ਵਿੱਚ ਲੋਕ ਇਨਸਾਫ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਦੇ ਆਗੂਆਂ ਸਮੇਤ ਅੱਜ 10 ਸਿਆਸੀ ਧਿਰਾਂ ਦੇ ਆਗੂ ਹਾਜ਼ਰ ਹੋਏ। ਮੀਟਿੰਗ ਦੇ ਵਿੱਚ ਲਾਲ ਕਿਲੇ ਅਤੇ ਅਮਨ ਸ਼ਾਂਤੀ ਦੀ ਵਿਵਸਥਾ ਕਾਇਮ ਰੱਖਣ ਲਈ ਜ਼ਿੰਮੇਵਾਰ ਧਿਰਾਂ ਦੀ ਲਾਪਰਵਾਹੀ ਅਤੇ ਮਿਲੀ ਭੁਗਤ ਦੀ ਜੁਡੀਸ਼ੀਅਲ ਜਾਂਚ ਦੀ ਮੰਗ ਵੀ ਉਠਾਈ ਗਈ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਸੰਸਦ ਦੇ ਸੈਸ਼ਨ ਕਾਰਨ ਮੀਟਿੰਗ ਦੇ ਵਿੱਚੋਂ ਜਲਦੀ ਚਲੇ ਗਏ, ਜਦੋਂ ਕਿ ਵਿਰੋਧੀ ਧਿਰ ਦੇ ਨੇਤਾ ਨੇ ਹਰਪਾਲ ਸਿੰਘ ਚੀਮਾ, ਵਿਧਾਇਕ ਅਮਨ ਅਰੋੜਾ ਤੇ ਵਿਧਾਇਕ ਮੀਤ ਹੇਅਰ ਨੇ ਮੀਟਿੰਗ ਦੇ ਵਿੱਚ ਮੰਗ ਰੱਖੀ ਕਿ ਦਿੱਲੀ ਸਰਹੱਦ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦੀ ਸੁਰੱਖਿਆ ਦੇ ਵਾਸਤੇ ਪੰਜਾਬ ਪੁਲਿਸ ਤਾਇਨਾਤ ਕੀਤੀ ਜਾਵੇ। ਚੀਮਾ ਨੇ ਕਿਹਾ ਕਿ 2 ਹਫ਼ਤਿਆਂ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਦਾ ਸਮਾਂ ਮੰਗਿਆ ਜਾਵੇ। ਜੇਕਰ ਸਮਾਂ ਨਾ ਮਿਲੇ ਤਾਂ ਸਰਬ ਪਾਰਟੀ ਵਫਦ ਪ੍ਰਧਾਨ ਮੰਤਰੀ ਦੇ ਘਰ ਅੱਗੇ ਜਾ ਕੇ ਧਰਨੇ ਤੇ ਬੈਠੇ। ਉਹਨਾਂ ਕਿਹਾ ਕਿ ਹਕੀਕਤ ਇਹ ਹੈ ਕਿ ਸਰਕਾਰ ਕਰ ਕੁਝ ਨਹੀਂ ਰਹੀ
जिस करके सानू वाकआउट करना पै रहा है। वो कहते मगर मच्छ वाले हंझू बहा रही है सरकार। जिहड़ी गल अज मीटिंग दे विच आखी है कई महीनों बाद कि राजपाल नूं आपां दोबारा मता पा के दईए, वो कहते इन्नी देर की सरकार नूं किते पता नहीं सिया भी कानून एक है। खैर कुछ भी है, सर्बसम्मति दे नाल इन्हां कानूनां दे खिलाफ अज एक बार फिर तो सारे पार्टियां दे आगूआं ने अहद लिया। ते अगली गल संयुक्त किसान मोर्चा ने एक मीटिंग करके आखी है। संयुक्त किसान मोर्चा जिसनों आपां SKM भावें छोटे शब्दों के विच आखीए, संयुक्त किसान मोर्चा ने अज आख्या कि पुलिस अते प्रशासन के वलों जिहड़ा जबर है वो बंद होना चाहिए। हिरासत विच लाए गए किसानों की रिहाई तक वो सरकार नाल कोई भी रस्मी गलबात नहीं करनगे। कई किसान संगठनों ने एक बयान जारी करके ये दोष भी लाया कि सड़कों ते किल लाए जा रहे हैं, कंडियालियां तारां विछाईयां जा रही ने, सड़कां बंद कीतियां जा रही ने, बैरीकेड लाए जा रहे हैं, इंटरनैट सेवावां ठप कीतियां जा रही ने। अते भाजपा ते RSS के वर्कर तुसी ये देखो कि कित्थों तक गुंडागर्दी तक उतरे आए ने। वो कहते सरकार पुलिस प्रशासन के वलों योजनाबद्ध हमले किसान अंदोलन ते कीते जां करवाए जा रहे हैं। दावा किया गया कि किसानों के प्रदर्शन वाले स्थानों के उत्ते वार-वार इंटरनैट सेवावां बंद करना, किसान अंदोलन नाल जुड़े ट्विटर खाते ब्लॉक करवाने, ये सिद्ध सिद्धा लोकतंत्र ते हमला है। सूत्रां ने दस्सिया सी कि बीते सोमवार को सोशल मीडिया ते भाव ट्विटर के लगभग 250 अजिहे अकाउंट सन जिन्हां ते रोक लगा दी गई सी, जिस राही किसान अंदोलन नाल संबंधित फर्जी अते भड़काऊ पोस्ट किए गए सन। संयुक्त किसान मोर्चा ने आख्या कि अजिहा लगता है कि सरकार किसानों के प्रदर्शन नूं वक्खो-वक्ख सूबियां तो जिहड़ा समर्थन लगातार वध रहा है उहदे कारण डरी हुई है, भै भीत हुई है। दिल्ली दीआं सरहदां दे नेड़े कई थावां दे उत्ते किसान हुण 2 महीनों तो वध बैठिਆਂ ਨੂੰ हो गए है अते इन्हां खेती कानूनां दे खिलाफ बैठे है। इन्हां विचों ज़्यादातर पंजाब, हरियाणा, यूपी दे ने। किसान मोर्चा ने कहा कि असीं अपनी बैठक दे विच फैसला कर लिया कि किसान अंदोलन पुलिस अते प्रशासन वालों जो जबर किया जा रहा है ये खिलाफ है, तो इसनूं तुरंत बंद किया जाना चाहिए। इस अनुसार सरकार वालों रस्मी गलबात नूं लैके कोई प्रस्ताव सानू ना भेजा गया, पर जे रस्मी कोई गलबात का प्रस्ताव भेजा जाता है तो असीं उन्नी देर तक गलबात नहीं करांगे जिन्नी देर तक गैर कानूनी ढंग नाल पुलिस हिरासत विच लै गए किसानां नूं बगैर शर्त रिहा नहीं किया जाता। वो कहते प्रधानमंत्री मोदी ने बीते शनिवार नूं कहा सी कि 18 महीने का प्रस्ताव हाले भी मुलतवी करने वाला ज्यों दा त्यों बरकरार है। किसान मोर्चा ने प्रधानमंत्री के बयान से कहा कि तीनों ही काले कानूनों को रद्द किया जाए। गणतंत्र दिवस की ट्रैक्टर परेड दौरान हुई हिंसा तो बाद जिहड़े किसान गिरफ्तार किए गए ने बगैर शर्त रिहा किए जाण। दिल्ली पुलिस आप हुदरियां करनियां छड्डे। दिल्ली पुलिस ने 122 किसानों को जिहड़ी सूची जारी की है जिन्होंने हिरासत में रखा गया है उन्हां दी रिहाई की जाए अते जिहड़े हाले तक लापता ने उन्हां दे बारे पड़ताल करके दस्सिया जाए कि कित्थे ने। ते दूसरे पासे संयुक्त किसान मोर्चा ने एक लीगल कमेटी बनाई सी। इस लीगल कमेटी ने अपना काम करना शुरू कर दिता है। इस लीगल कमेटी ने सब तो पहला दिल्ली के मुख्यमंत्री अरविंद केजरीवाल अते गृह मंत्री सतिंदर जैन के नाल मुलाकात की है अते नाल इन्हां नूं मंग पत्र सौंपे है। लीगल कमेटी ने मुख्यमंत्री केजरीवाल नूं मंग पत्र दिता जिस दे विच मंग की गई कि 26 जनवरी नूं हिंसा की घट्टो घट्ट जुडिशियल जांच होवे तां जो सच्चाई पब्लिक के सामने आ सके। इस दे नाल ही उन्होंने लापता लोगों को लैके खदशा ते चिंता का प्रगटावा भी किया। दसना बनता कि इस मामले दे विच केजरीवाल ने किसानों के वफद नूं भरोसा दिता है कि जिन्ने भी विभाग दिल्ली सरकार के अधीन आउंदे ने उत्थे किसानों की पूरी मदद की भी जा रही है तो यह मदद जारी भी रहेगी। यही नहीं, जिहड़े विभाग केंद्र सरकार के अधीन आउंदे ने उत्थे कहंदे दिल्ली सरकार के वल्लों LG राही चिट्ठी पत्र के राही विहार किया जाएगा। लीगल कमेटी के संयोजक प्रेम सिंह, बीबी रविंदर कौर, सरदार कमलजीत सिंह, हरपाल सिंह, विकास ईसर, इंदरजीत ते राजेंद्र सिंह, दीप सिंह वाला गए सी। उन्होंने दस्सिया कि दिल्ली के मुख्यमंत्री नूं वो मिले है अते उत्थों उन्होंने जांच का भरोसा मिले है। इस दे नाल ही
सरकार वालों ਜਿਹੜੇ 115 ਲੋਕਾਂ ਦੀ ਲਿਸਟ ਦਿੱਤੀ ਗਈ ਸੀ, ਇਸ ਦੇ ਵਿੱਚ ਕਹਿੰਦੇ ਹਾਲੇ ਵੀ ਕਈ ਲਾਪਤਾ ਕਿਸਾਨ ਨੇ ਜਿਨ੍ਹਾਂ ਦਾ ਉਹਨਾਂ ਦੀ ਸੂਚੀ ਦੇ ਵਿੱਚ ਜ਼ਿਕਰ ਨਹੀਂ। ਇਸ ਦੇ ਬਾਰੇ ਚਿੰਤਾ ਹੈ ਕਿ ਉਹ ਕਿੱਥੇ ਨੇ, ਪਤਾ ਨਹੀਂ ਲੱਗ ਰਿਹਾ। ਕਿਸਾਨਾਂ ਨੇ ਦੱਸਿਆ ਕਿ ਇਸ ਸੂਚੀ ਤੋਂ ਤਕਰੀਬਨ ਵੱਖਰੇ 30 ਤੋਂ ਵੱਧ ਲੋਕ ਨੇ ਜਾਂ ਨੌਜਵਾਨ ਨੇ ਜਿਨ੍ਹਾਂ ਦਾ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ। ਪਰ ਦੂਸਰੇ ਪਾਸੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 122 ਲੋਕਾਂ ਦੀ ਸੂਚੀ ਜਾਰੀ ਕੀਤੀ ਸੀ ਅਤੇ ਅੱਜ ਉਹ ਤਿਹਾੜ ਜੇਲ੍ਹ ਦੇ ਵਿੱਚ ਜਾ ਕੇ ਉਹਨਾਂ 122 ਲੋਕਾਂ ਦੇ ਵਾਸਤੇ ਲੋੜੀਂਦਾ ਸਮਾਨ ਵੀ ਪੁੱਜਦਾ ਕਰਕੇ ਆਏ ਨੇ। ਤੇ ਬੀਤੇ ਦਿਨੀ ਇੱਕ ਪੱਤਰਕਾਰ ਹੈ, ਮਨਦੀਪ ਪੂਨੀਆ ਨੌਜਵਾਨ ਹੈ, ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ। ਸਿੰਘੂ ਸਰਹੱਦ ਤੇ ਪੁਲਿਸ ਅਧਿਕਾਰੀ ਦੇ ਨਾਲ ਇੱਕ ਬਦਸਲੂਕੀ ਦੇ ਦੋਸ਼ ਦੇ ਵਿੱਚ ਇਸ ਫ੍ਰੀਲਾਂਸ ਪੱਤਰਕਾਰ ਮਨਦੀਪ ਪੂਨੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਾਣਕਾਰੀ ਮਿਲੀ ਹੈ ਕਿ ਰੋਹਿਣੀ ਦੀ ਜ਼ਿਲ੍ਹਾ ਅਦਾਲਤ ਤੋਂ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ। ਇੱਥੇ ਇਹ ਗੱਲ ਦੱਸਣ ਵਾਲੀ ਹੈ ਕਿ ਮਨਦੀਪ ਪੂਨੀਆ ਤੇ IPC ਧਾਰਾ 186, 353 ਤੇ 332 ਸਮੇਤ ਵੱਖੋ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਸੀ। ਮਾਨਯੋਗ ਜੱਜ ਨੇ ਆਪਣੇ ਆਦੇਸ਼ ਦੇ ਵਿੱਚ ਇਹ ਨੁਕਤਾ ਉਠਾਇਆ ਕਿ ਮਨਦੀਪ ਪੂਨੀਆ ਦੀ ਪੁਲਿਸ ਨਾਲ ਕਥਿਤ ਝੜਪ ਸ਼ਾਮ ਦੇ ਲਗਭਗ 6:30 ਵਜੇ ਹੋਈ, ਜਦੋਂ ਕਿ ਜਿਹੜੀ FIR ਦਰਜ ਕੀਤੀ ਗਈ ਅਗਲੇ ਦਿਨ ਲਗਭਗ ਤੜਕੇ 1:21 ਤੇ ਦਰਜ ਕੀਤੀ ਗਈ। ਅਦਾਲਤ ਨੇ 25,000 ਦੇ ਨਿੱਜੀ ਮੁਚਲਕੇ ਤੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਮੁੱਖ ਮੈਟਰੋਪੋਲੀਟਨ ਮੈਜਿਸਟ੍ਰੇਟ ਸਤਵੀਰ ਸਿੰਘ ਲਾਂਬਾ ਨੇ ਕਿਹਾ ਕਿ ਸ਼ਿਕਾਇਤਕਰਤਾ, ਪੀੜਤ ਅਤੇ ਗਵਾਹ ਸਾਰੇ ਪੁਲਿਸ ਵਾਲੀ ਹੈ। ਇਸ ਗੱਲ ਦੇ ਵਿੱਚ ਕੋਈ ਸੰਭਾਵਨਾ ਨਹੀਂ ਕਿ ਦੋਸ਼ੀ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜਦੋਂ ਜਾਂਚ ਏਜੰਸੀ ਨੂੰ ਲੋੜ ਹੋਵੇਗੀ, ਦੋਸ਼ੀ ਉਹਨਾਂ ਦੇ ਸਾਹਮਣੇ ਪੇਸ਼ ਹੋਵੇਗਾ। ਅਦਾਲਤ ਨੇ ਪੂਨੀਆ ਨੂੰ ਇਜਾਜ਼ਤ ਤੋਂ ਬਗੈਰ ਕਿਸੇ ਬਾਹਰਲੇ ਮੁਲਕ ਵਿੱਚ ਨਾ ਜਾਣ ਦੇ ਨਿਰਦੇਸ਼ ਦਿੱਤੇ ਨੇ। ਅਲੀਪੁਰ ਦੇ ਰਹਿਣ ਵਾਲੇ ਸੰਜੇ ਮਾਨ ਹੋਰਾਂ ਨੇ ਮਨਦੀਪ ਪੂਨੀਆ ਦੀ ਜ਼ਮਾਨਤ ਦਿੱਤੀ ਹੈ ਤੇ ਉਹਨਾਂ ਨੂੰ ਹੁਣ ਜ਼ਮਾਨਤ ਮਿਲ ਗਈ ਹੈ। ਅਗਲੀ ਖਬਰ ਬਹੁਤ ਵੱਡੀ ਖਬਰ ਦੇ ਵਜੋਂ ਪੇਸ਼ ਕੀਤੀ ਜਾ ਸਕਦੀ ਹੈ, ਜਾਂ ਦਰਅਸਲ ਇਹ ਆਖਿਆ ਜਾ ਸਕਦਾ ਹੈ ਖਬਰ ਹੀ ਬਹੁਤ ਵੱਡੀ ਹੈ। ਬਹੁਤ ਵੱਡੀ ਗਿਣਤੀ ਵਿੱਚ ਲੋਕ ਪੌਪ ਸਟਾਰ ਰਿਹਾਨਾ ਨੂੰ ਫੋਲੋ ਕਰਦੇ ਆ। ਕਈ ਮਿਲੀਅਨ ਲੋਕ ਨੇ, ਕਰੋੜਾਂ ਦੀ ਗਿਣਤੀ ਵਿੱਚ ਲੋਕ ਨੇ ਜਿਹੜੇ ਪੌਪ ਸਟਾਰ ਰਿਹਾਨਾ ਦੇ ਦਿਲੋਂ ਮਰੀਦ ਨੇ। ਦੁਨੀਆ ਭਰ ਦੇ ਲਗਭਗ ਸਾਰੇ ਵੱਡੇ ਅਵਾਰਡ ਆਪਣੇ ਨਾਮ ਕਰ ਚੁੱਕੀ ਹੈ ਪੌਪ ਸਟਾਰ ਰਿਹਾਨਾ। ਰਿਹਾਨਾ ਦਾ ਨਾਮ ਕੋਈ ਗੁੱਝਾ ਨਹੀਂ। ਪੌਪ ਸਟਾਰ ਗਾਇਕਾ ਰਿਹਾਨਾ ਕਿਸਾਨਾਂ ਦੇ ਸਮਰਥਨ ਵਿੱਚ ਨਿੱਤਰ ਆਈ ਹੈ। ਕੌਮਾਂਤਰੀ ਪੌਪ ਸਟਾਰ ਹੈ ਰਿਹਾਨਾ। ਉਹਨਾਂ ਟਵੀਟ ਕਰਕੇ ਭਾਰਤ ਦੇ ਵਿੱਚ ਜਿਹੜਾ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਚੱਲ ਰਿਹਾ, ਕਿਸਾਨ ਅੰਦੋਲਨ ਕਰ ਰਹੇ ਨੇ, ਉਹਨਾਂ ਦੀ ਹਮਾਇਤ ਕੀਤੀ ਹੈ। ਰਿਹਾਨਾ ਨੇ ਇੰਟਰਨੈਟ ਬੰਦ ਕਰਨ ਦੀ ਵੀ ਜੰਮ ਕੇ ਨਿਖੇਧੀ ਕੀਤੀ ਹੈ, ਜਿਸ ਨੂੰ ਕਿਸਾਨ ਸੰਘਰਸ਼ ਦੇ ਵਿੱਚ ਅੜਿੱਕਾ ਪਾਉਣ ਲਈ ਚੁੱਕਿਆ ਗਿਆ ਉਹਨਾਂ ਨੇ ਕਦਮ ਗਰਦਾਨੇ ਹੈ। ਉਹਨਾਂ ਨੇ ਦਰਅਸਲ CNN ਦੀ ਇੱਕ ਖਬਰ ਨੂੰ ਆਪਣੇ ਆਰਟੀਕਲ ਦੇ ਨਾਲ, ਉਸ ਆਰਟੀਕਲ ਨੂੰ ਆਪਣੇ ਟਵੀਟ ਦੇ ਵਿੱਚ ਸਾਂਝਾ ਕੀਤਾ, ਜਿਸ ਦੇ ਵਿੱਚ ਇੰਡੀਆ ਦੇ ਵਿੱਚ ਇੰਟਰਨੈਟ ਬੰਦ ਹੋਣ ਬਾਰੇ ਦੱਸਿਆ ਗਿਆ ਸੀ। ਪੌਪ ਸਟਾਰ ਰਿਹਾਨਾ ਨੇ ਲਿਖਿਆ ਕਿ ਅਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਸਕਦੇ, ਅਸੀਂ ਇਸ ਦੇ ਬਾਰੇ ਗੱਲ ਕਿਉਂ ਨਹੀਂ ਕਰ ਰਹੇ। ਉਸਨੇ ਨਾਲ ਹੀ #farmers protest ਵੀ ਲਿਖਿਆ। ਦੱਸਣਾ ਬਣਦਾ ਕਿ ਗਾਇਕਾ ਦੇ ਟਵਿੱਟਰ ਉੱਤੇ ਇਕੱਲੇ 10 ਕਰੋੜ ਤੋਂ ਵੱਧ ਫੋਲੋਅਰ ਨੇ। ਇੰਸਟਾ ਦੇ ਉੱਤੇ 55 ਮਿਲੀਅਨ ਨੇ। ਸੋ ਬਹੁਤ ਵੱਡੀ ਗਿਣਤੀ ਵਿੱਚ ਰਿਹਾਨਾ ਨੂੰ ਲੋਕ ਫੋਲੋ ਕਰਦੇ ਆ। ਹੁਣ ਗਾਜ਼ੀਪੁਰ ਤੇ ਵੀ, ਟਿਕਰੀ ਤੇ ਵੀ ਤੇ ਹਰਿਆਣਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਬੀਤੇ ਕਈ ਦਿਨਾਂ ਤੋਂ ਇੰਟਰਨੈਟ ਠੱਪ ਪਿਆ। ਸੋ ਰਿਹਾਨਾ ਵਰਗੇ ਲੋਕਾਂ ਦਾ ਸਾਹਮਣੇ ਆਉਣਾ, ਜਿਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਲੋਕ ਫੋਲੋ ਕਰਦੇ ਆ, ਇੱਥੋਂ ਪਤਾ ਲੱਗਦਾ ਹੈ ਕਿ ਇਸ ਅੰਦੋਲਨ ਦੀ ਗੂੰਜ ਸਿਰਫ ਪੰਜਾਬੀਆਂ ਜਾਂ ਸਿਰਫ ਭਾਰਤੀ ਭਾਈਚਾਰੇ ਤੱਕ ਸੀਮਿਤ ਨਹੀਂ ਰਹੀ। ਇੱਥੋਂ ਦਾ ਮੇਨ ਸਟ੍ਰੀਮ ਭਾਈਚਾਰਾ, ਇੱਥੋਂ ਦਾ ਮੇਨ ਸਟ੍ਰੀਮ ਮੀਡੀਆ, ਹੁਣ ਇੱਥੇ ਤਾਂ ਭਾਈ ਵਿਕਾਊ ਹੋ ਗਿਆ ਮੀਡੀਆ, ਉਹਨੂੰ ਗੋਦੀ ਮੀਡੀਆ ਆਖੀ ਜਾਂਦੇ ਨੇ, ਪਰ CNN, CBC, ਅਲ ਜਜ਼ੀਰਾ, BBC, ਲਗਭਗ ਹਰ ਇੱਕ ਮੀਡੀਆ ਇਸ ਖਬਰ ਨੂੰ ਜਾਂ ਇਹਨਾਂ ਖਬਰਾਂ ਨੂੰ ਤਰਜੀਹ ਦੇ ਰਿਹਾ ਹੈ। ਸੋ ਹੁਣ ਇਹ ਡੱਕਿਆ ਤਾਂ ਨਹੀਂ ਜਾਣਾ ਅੰਦੋਲਨ, ਪਰ ਇੱਕ ਚੀਜ਼ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਦੇਖੋ ਹੁਣ ਜਿਹੜੇ ਇਸ ਅੰਦੋਲਨ ਨੂੰ ਲੀਡ ਕਰ ਰਹੇ ਲੋਕ ਨੇ, ਉਹਨਾਂ ਦੇ ਖਿਲਾਫ ਕੁਝ ਇੱਕ ਮੀਡੀਆ ਦੇ ਵੱਲੋਂ ਇਸ ਤਰ੍ਹਾਂ ਦੀਆਂ ਖਬਰਾਂ ਜਾਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਕਿ ਆਪਾਂ ਕੁੜੀਆਂ ਭੇਜ ਦੇਖ ਲਈਆਂ, ਆਪਾਂ ਨਸ਼ਾ ਵੰਡ ਦੇਖ ਲਿਆ, ਆਪਾਂ ਭੜਕਾਊ ਪ੍ਰਚਾਰ ਕਰਵਾ ਕੇ ਦੇਖ ਲਿਆ, ਆਪਾਂ ਲਾਲ ਕਿਲੇ ਵਾਲੀ ਘਟਨਾ ਨੂੰ ਅੰਜਾਮ ਦਵਾ ਕੇ ਦੇਖ ਲਿਆ। ਉਹਦੇ ਤੋਂ ਬਾਅਦ ਕੁਝ ਭਾੜੇ ਦੇ ਗੁੰਡੇ ਭੇਜ ਕੇ ਦੇਖ ਲਏ ਕਿ ਅੰਦੋਲਨ ਖਤਮ ਹੋ ਜੇ, ਅੰਦੋਲਨ ਸਮਾਪਤ ਹੋ ਜੇ, ਕੋਈ ਚਾਰਾ ਚੱਲਿਆ ਹੀ ਨਹੀਂ। ਤੁਸੀਂ ਦੇਖੋ ਕਿ ਸਰਕਾਰ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਕਰਨਾ ਕੀ ਹੈ। ਕਦੇ ਸੜਕਾਂ ਪੁੱਟ ਦਿੰਦੀ ਹੈ, ਕਦੇ ਸੜਕਾਂ ਦੇ ਉੱਤੇ ਕੰਧਾਂ ਕਰ ਦਿੰਦੀ ਹੈ। ਭਾਈ ਇੱਕ ਕੰਮ ਕਰ ਲਓ,
ਪਹਿਲਾਂ ਇਹ ਦੇਖ ਲਓ ਵੀ ਆਪਾਂ ਕੰਧਾਂ ਉਸਾਰਨੀਆਂ ਨੇ ਜਾਂ ਸੜਕਾਂ ਪੁੱਟਣੀਆਂ ਨੇ। ਅਗਲੀ ਗੱਲ, ਹੁਣ ਕੁਝ ਇੱਕ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਖਿਲਾਫ ਭੰਡੀ ਪ੍ਰਚਾਰ ਸ਼ੁਰੂ ਕਰਵਾਇਆ ਜਾ ਰਿਹਾ ਹੈ ਤਾਂ ਕਿ ਆਮ ਲੋਕ, ਆਮ ਜਨਤਾ ਜਿਹੜੀ ਇਸ ਵਕਤ ਇਸ ਅੰਦੋਲਨ ਦੇ ਵਿੱਚ ਦਿਲੋਂ ਜੁੜੀ ਜਾ ਰਹੀ ਹੈ, ਇਹ ਕਾਫਲਾ ਵੱਡਾ ਹੋਈ ਜਾ ਰਿਹਾ ਹੈ, ਆਪਾਂ ਜਿਹੜੇ ਇਹਨਾਂ ਦੇ ਲੀਡਰ ਨੇ ਉਹ ਬਦਨਾਮ ਕਰਵਾਈਏ। ਜੇ ਲੀਡਰ ਬਦਨਾਮ ਹੋ ਗਿਆ ਤੇ ਫਿਰ ਇਸ ਅੰਦੋਲਨ ਨੂੰ ਲੀਡ ਕੌਣ ਕਰੇਗਾ? ਲੋਕਾਂ ਦਾ ਇੱਕ ਦੂਸਰੇ ਦੇ ਵਿੱਚ ਵਿਸ਼ਵਾਸ ਉੱਠੇ, ਜਦੋਂ ਵਿਸ਼ਵਾਸ ਉੱਠਿਆ ਤੇ ਫਿਰ ਇਹ ਅੰਦੋਲਨ ਤੜਕ ਜਾਏਗਾ। ਤੁਸੀਂ ਸਾਵਧਾਨ ਰਹਿਣਾ ਹੈ, ਹੌਸਲਾ ਬਰਕਰਾਰ ਰੱਖਣਾ ਹੈ, ਬਾਕੀ ਫੈਸਲਾ ਤੁਹਾਡੇ ਹੱਥ ਹੈ। ਰਵਨੀਤ ਬਿੱਟੂ ਹੋਰਾਂ ਨੇ ਇੱਕ ਨਵਾਂ ਸੋਸ਼ਾ ਛੱਡਿਆ। ਅਸਲ ਦੇ ਵਿੱਚ ਉਹਨਾਂ ਨੇ ਆਪਣੇ ਤਰੀਕੇ ਨਾਲ ਆਪਦਾ ਨੁਕਤਾ ਨਿਗਾਹ ਹੈ ਉਹਨਾਂ ਦੀ। ਜਲਾਲਾਬਾਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਬਾਦਲ, ਉਹਨਾਂ ਤੇ ਹਮਲਾ ਹੋਇਆ। ਸੰਸਦ ਮੈਂਬਰ ਰਵਨੀਤ ਬਿੱਟੂ ਨੇ ਇੱਕ ਬਿਆਨ ਦਿੱਤਾ। ਉਹਨਾਂ ਆਖਿਆ ਕਿ ਪੰਜਾਬ ਦੇ ਹਾਲਾਤ ਬੇਕਾਬੂ ਹੋ ਰਹੇ ਨੇ ਅਤੇ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ ਹੈ। ਉਹਨਾਂ ਕਿਹਾ ਕਿ ਸੁਖਬੀਰ ਤੇ ਜਲਾਲਾਬਾਦ ਵਿੱਚ ਹਮਲਾ ਉਸ ਵਕਤ ਹੋਇਆ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਦੇ ਵਿੱਚ ਸਰਬ ਪਾਰਟੀ ਮੀਟਿੰਗ ਕਰ ਰਹੇ ਸੀ। ਇਸ ਤੋਂ ਪਹਿਲਾਂ ਉਹ ਕਹਿੰਦੇ ਕਿਸਾਨ ਅੰਦੋਲਨ ਦੇ ਕਾਰਨ ਹਾਲਾਤ ਲਗਾਤਾਰ ਗੰਭੀਰ ਹੁੰਦੇ ਜਾ ਰਹੇ ਨੇ, ਜਿਸ ਕਰਕੇ ਕੇਂਦਰ ਨੂੰ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਉਣ ਦਾ ਬਹਾਨਾ ਮਿਲ ਸਕਦਾ ਹੈ। ਦੱਸਣਾ ਬਣਦਾ ਕਿ ਜਲਾਲਾਬਾਦ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀਆਂ ਭਰਨ ਵੇਲੇ ਉਸ ਵਕਤ ਮਾਹੌਲ ਖਰਾਬ ਹੋਇਆ ਜਾਂ ਗਰਮਾਇਆ ਜਦੋਂ ਕਾਂਗਰਸ ਅਤੇ ਅਕਾਲੀ ਵਰਕਰ ਇੱਕ ਦੂਸਰੇ ਦੇ ਆਹਮੋ ਸਾਹਮਣੇ ਆਉਣ ਲੱਗੇ, ਆਪਸ ਦੇ ਵਿੱਚ ਭਿੜ ਗਏ। ਇਹ ਭੇੜ ਖੂਨੀ ਝੜਪ ਦਾ ਰੂਪ ਧਾਰਨ ਕਰ ਗਿਆ। ਦੇਖਦੇ ਹੀ ਦੇਖਦੇ ਇੱਟਾਂ ਚੱਲਣ ਲੱਗੀਆਂ, ਰੋੜੇ ਚੱਲਣ ਲੱਗੇ, ਡਾਂਗਾਂ ਚੱਲਣ ਲੱਗੀਆਂ, ਹਵਾਈ ਫਾਇਰ ਹੋਣ ਲੱਗੇ। ਇਸ ਝੜਪ ਦੇ ਵਿੱਚ ਦੋਵੇਂ ਪਾਸਿਆਂ ਦੇ ਲੋਕ ਜ਼ਖਮੀ ਹੋਏ ਹੈ ਅਤੇ ਨਾਲ ਹੀ ਕਈ ਕਾਰਾਂ ਦੇ ਸ਼ੀਸ਼ੇ ਟੁੱਟੇ ਹੈ, ਕਈਆਂ ਨੂੰ ਹੋਰ ਨੁਕਸਾਨ ਵੀ ਪਹੁੰਚਿਆ ਤੇ ਇਸੇ ਦੌਰਾਨ ਸੁਖਬੀਰ ਬਾਦਲ ਦੀ ਕਾਰ ਉੱਤੇ ਵੀ ਹਮਲਾ ਹੋਇਆ। ਸੁਖਬੀਰ ਖੁਦ ਅਕਾਲੀ ਉਮੀਦਵਾਰਾਂ ਦੇ ਫਾਰਮ ਭਰਵਾਉਣ ਵਾਸਤੇ ਜਲਾਲਾਬਾਦ ਉਸ ਵਕਤ ਪਹੁੰਚੇ ਹੋਏ ਸਨ। ਜਾਣਕਾਰੀ ਅਨੁਸਾਰ ਜਿਵੇਂ ਹੀ ਸੁਖਬੀਰ ਬਾਦਲ ਆਪਣੇ ਉਮੀਦਵਾਰਾਂ ਨੂੰ ਲੈ ਕੇ ਤਹਿਸੀਲ ਕੰਪਲੈਕਸ ਦੇ ਵਿੱਚ ਪਹੁੰਚੇ ਤਾਂ ਦੂਸਰੇ ਪਾਸਿਓਂ ਕਾਂਗਰਸੀ ਪਾਰਟੀ ਦੇ ਉਮੀਦਵਾਰ ਵੀ ਕਾਗਜ਼ ਭਰਨ ਵਾਸਤੇ ਉੱਥੇ ਆ ਗਏ, ਜਿਸ ਕਾਰਨ ਦੋਵਾਂ ਧਿਰਾਂ ਦਰਮਿਆਨ ਜਿਹੜਾ ਮਾਹੌਲ ਸੀ ਤਣਾਅ ਵਾਲਾ ਹੋ ਗਿਆ। ਫਿਰ ਦੇਖਦੇ ਦੇਖਦੇ ਹੀ ਮਾਹੌਲ ਖੂਨੀ ਰੂਪ ਧਾਰਨ ਕਰ ਗਿਆ। ਅਕਾਲੀ ਵਰਕਰਾਂ ਦਾ ਕਹਿਣਾ ਹੈ ਕਿ ਸਾਰੀ ਘਟਨਾਕ੍ਰਮ ਇਸ ਨੂੰ ਲੀਡ ਕਰ ਰਹੇ ਸਨ ਰਵਿੰਦਰ ਆਮਲਾ ਦੇ ਲੜਕੇ। ਉਹ ਆਪ ਅੱਗੇ ਹੋ ਕੇ ਇਹ ਕੰਮ ਕਰਵਾ ਰਿਹਾ ਸੀ ਤੇ ਇਸ ਹਮਲੇ ਦੇ ਵਿੱਚ ਜ਼ੈਡ ਸਿਕਿਉਰਿਟੀ ਤੇ ਵੀ ਹਮਲਾ ਹੋਇਆ। ਉਹਨਾਂ ਦੱਸਿਆ ਕਿ ਜਿਹੜੀ ਸਿਕਿਉਰਿਟੀ ਦੀ ਗੱਡੀ ਹੈ ਉਹਦੀ ਵੀ ਭੰਨ ਤੋੜ ਕੀਤੀ ਗਈ ਹੈ ਅਤੇ ਕਾਂਗਰਸੀ ਵਰਕਰਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਉਹ ਕਹਿੰਦੇ ਗੋਲੀਆਂ ਵੀ ਚਲਾਈਆਂ ਗਈਆਂ ਨੇ। 3 ਵਰਕਰ ਜ਼ਖਮੀ ਵੀ ਹੋਏ ਨੇ। ਦੱਸਿਆ ਜਾ ਰਿਹਾ ਹੈ ਕਿ ਇਸ ਖਬਰ ਦੇ ਉੱਤੇ ਫਿਰ ਲਗਾਤਾਰ ਉਸੇ ਵਕਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਨਾਲ ਉਹਨਾਂ ਨੇ ਗੰਭੀਰ ਨੋਟਿਸ ਲਿਆ। ਕੈਪਟਨ ਹੋਰਾਂ ਨੇ ਆਖਿਆ ਕਿ ਮੈਂ ਭਰੋਸਾ ਦਿਵਾਉਣਾ ਹੈ ਕਿ ਭਵਿੱਖ ਦੇ ਵਿੱਚ ਸਥਾਨਕ ਚੋਣਾਂ ਵਿੱਚ ਅਜਿਹਾ ਮਾਹੌਲ ਬਣਨ ਨਹੀਂ ਦਿੱਤਾ ਜਾਵੇਗਾ। ਕਾਗਜ਼ ਭਰਨ ਦਾ ਕੰਮ ਪੂਰੀ ਤਰ੍ਹਾਂ ਨਿਰਪੱਖ ਅਤੇ ਭੈ ਮੁਕਤ ਹੋਵੇਗਾ। ਉਹਨਾਂ ਕਿਹਾ ਕਿ ਗੋਲੀਬਾਰੀ ਅਤੇ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਦੇ ਵਿਰੁੱਧ ਪੁਲਿਸ ਸਖਤ ਕਾਰਵਾਈ ਕਰੇਗੀ। ਇਸੇ ਤਰ੍ਹਾਂ ਖਬਰ ਮਿਲੀ ਹੈ ਕਿ ਨਗਰ ਪੰਚਾਇਤ ਭਿੱਖੀਵਿੰਡ ਵਿੱਚ ਵੀ ਹੋਣ ਜਾ ਰਹੀਆਂ ਚੋਣਾਂ ਦੇ ਸਬੰਧ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਹਲਕਾ ਇੰਚਾਰਜ ਜਸਵੀਰ ਸਿੰਘ ਸੁਰ ਸਿੰਘ ਦੀ ਅਗਵਾਈ ਹੇਠ ਉਮੀਦਵਾਰ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਗਏ। ਜਦੋਂ ਉਹ ਪੱਤਰ ਦਾਖਲ ਕਰਵਾਉਣ ਵਾਸਤੇ ਪਹੁੰਚੇ ਤਾਂ ਉੱਥੇ ਮੌਜੂਦ ਕਾਂਗਰਸੀ ਵਰਕਰਾਂ ਵੱਲੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ। ਉਹਨਾਂ ਦੀਆਂ ਨਾਮਜ਼ਦਗੀ ਫਾਈਲਾਂ ਫੜ ਕੇ ਪਾੜ ਦਿੱਤੀਆਂ ਗਈਆਂ। ਇਸ ਸੰਬੰਧੀ ਆਮ ਆਦਮੀ ਪਾਰਟੀ ਦੇ ਹਲਕਾ ਭਿੱਖੀਵਿੰਡ ਦੇ ਆਗੂ ਗੁਰਦੇਵ ਸਿੰਘ ਲਾਖਣਾ ਨੇ ਕਿਹਾ ਕਿ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਬੁਖਲਾਹਟ ਵਿੱਚ ਆਏ, ਪੁਲਿਸ ਦੀ ਹਾਜ਼ਰੀ ਵਿੱਚ ਆਪਣੇ ਵਰਕਰਾਂ ਤੋਂ ਗੋਲੀਆਂ ਚਲਵਾਈਆਂ, ਪਰ ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਾਂਗਰਸੀ ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀਆਂ ਫਾਈਲਾਂ ਵੀ ਜਮ੍ਹਾਂ ਨਹੀਂ ਹੋਣ ਦਿੱਤੀਆਂ। ਇਸ ਤੋਂ ਬਾਅਦ ਇਸ ਦੇ ਵਿਰੋਧ ਦੇ ਵਿੱਚ ਅਕਾਲੀ ਦਲ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਤਾਂ ਫਿਰ ਕਾਂਗਰਸੀ ਵਰਕਰਾਂ ਨੇ ਕਹਿੰਦੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੀ ਹਲਕਾ ਖੇਮਕਰਨ ਤੋਂ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਹੋਰਾਂ ਨੇ ਨਿਖੇਧੀ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਕਿ ਪੁਲਿਸ ਦੀ ਅੱਤ ਦਰਜੇ ਦੀ ਢਿੱਲੀ ਕਾਰਗੁਜ਼ਾਰੀ ਸੀ। ਇਹ ਉਹਨਾਂ ਨੇ ਪੁਲਿਸ ਤੇ ਇਲਜ਼ਾਮ ਲਾਇਆ। ਅਸਲ ਦੇ ਵਿੱਚ ਇਹ ਇਲਜ਼ਾਮ ਕਿ ਆਮਲਾ ਦਾ ਲੜਕਾ ਉਹਦੀ ਅਗਵਾਈ ਕਰ ਰਿਹਾ ਸੀ, ਇਹ ਇੱਕ ਦੂਸਰੀਆਂ ਪਾਰਟੀਆਂ ਵੱਲੋਂ ਇੱਕ ਦੂਸਰੇ ਤੇ ਹਾਲੇ ਲਗਾਏ ਗਏ ਨੇ। ਹੁਣ ਇਹਦੀ ਜਾਂਚ ਹੋਵੇਗੀ
पता लगेगा कि ਜਿਹੜੀਆਂ ਵਿਰੋਧੀ ਤਰ੍ਹਾਂ ਇੱਕ ਦੂਸਰੇ ਤੇ ਇਲਜ਼ਾਮ ਲਾਉਂਦੀਆਂ ਨੇ ਕਿ ਸੱਚਮੁੱਚ ਹਕੀਕਤ ਇਹੋ ਹੀ ਸੀ। ਪਰ ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਚੋਣ ਵੀ ਲੜਨੀ ਹੈ, ਲੋਕਾਂ ਨੇ ਵਿਰੋਧੀਆਂ ਨੂੰ ਵੋਟਾਂ ਵੀ ਪਾਉਣੀਆਂ ਤੇ ਵਿਰੋਧ ਦੇ ਵਿੱਚ ਖੜਨਾ ਵੀ ਹੈ। ਇਹ ਲੋਕਤੰਤਰ ਦਾ ਜਲੂਸ ਨਾ ਕੱਢਿਆ ਜਾਵੇ। ਸੁਣ ਅਗਲੀ ਖਬਰ ਦੇ ਉੱਤੇ ਆਪਾਂ ਨਜ਼ਰ ਮਾਰਦੇ ਹਾਂ ਕਿ ਲਗਾਤਾਰ ਲਗਭਗ 69 ਦਿਨ ਬੀਤ ਚੁੱਕੇ ਨੇ ਇਸ ਕਿਸਾਨ ਅੰਦੋਲਨ ਨੂੰ ਦਿੱਲੀ ਦੀ ਸਰਹੱਦ ਦੇ ਉੱਤੇ ਚੱਲਦਿਆਂ। ਜਾਣਕਾਰੀ ਮਿਲੀ ਹੈ ਕਿ ਸਬ ਡਿਵੀਜ਼ਨ ਸਰਦੂਲਗੜ੍ਹ ਦਾ ਪਿੰਡ ਹੈ ਟਿੱਬੀ ਹਰੀ ਸਿੰਘ। ਟਿੱਬੀ ਹਰੀ ਸਿੰਘ ਦੇ ਕਿਸਾਨ ਦਿੱਲੀ ਦੇ ਵਿੱਚ ਧਰਨੇ ਦੌਰਾਨ ਬਿਮਾਰ ਹੋਏ ਹੈ। ਬਿਮਾਰ ਹੋਣ ਤੋਂ ਬਾਅਦ ਹਸਪਤਾਲ ਦੇ ਵਿੱਚ ਇਲਾਜ ਸਮੇਂ ਉਹਨਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਗੁਰਤੇਜ ਸਿੰਘ ਨੇ ਦੱਸੀ ਹੈ। ਗੁਰਤੇਜ ਸਿੰਘ ਨੇ ਦੱਸਿਆ ਕਿ ਪਿੰਡ ਟਿੱਬੀ ਹਰੀ ਸਿੰਘ ਦਾ ਕਿਸਾਨ ਲਗਭਗ 70 ਵਰ੍ਹਿਆਂ ਦਾ ਬੂਟਾ ਸਿੰਘ ਬੀਤੇ ਲਗਭਗ 1 ਮਹੀਨੇ ਤੋਂ ਦਿੱਲੀ ਦੇ ਟਿਕਰੀ ਬਾਰਡਰ ਤੇ ਕਿਸਾਨ ਸੰਘਰਸ਼ ਦੇ ਵਿੱਚ ਡਟਿਆ ਹੋਇਆ ਸੀ। ਕਿਸਾਨ ਬੂਟਾ ਸਿੰਘ 26 ਜਨਵਰੀ ਨੂੰ ਠੰਡ ਲੱਗਣ ਦੇ ਕਾਰਨ ਬਿਮਾਰ ਹੋਏ। ਜਦ ਤੋਂ ਉਹ ਮੋਰਚੇ ਵਿੱਚ ਬੈਠੇ ਪਰ ਠੀਕ ਨਾ ਹੋਏ ਤਾਂ ਪਿੰਡ ਦੇ ਕੁਝ ਸਾਥੀ ਕਿਸਾਨਾਂ ਨੇ ਉਹਨਾਂ ਨੂੰ ਪਿੰਡ ਲਿਆਂਦਾ। ਉਹਨਾਂ ਨੂੰ ਇਲਾਜ ਵਾਸਤੇ ਸਰਦੂਲਗੜ੍ਹ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਹੀ ਬੂਟਾ ਸਿੰਘ ਦੀ ਮੌਤ ਹੋ ਗਈ ਹੈ। ਪਿੰਡ ਦੇ ਲੋਕਾਂ ਨੇ ਤੇ ਵੱਖੋ-ਵੱਖ ਕਿਸਾਨ ਜਥੇਬੰਦੀਆਂ ਨੇ ਤੇ ਆਗੂਆਂ ਨੇ, ਕੁਝ ਵਰਕਰਾਂ ਨੇ ਨਮ ਅੱਖਾਂ ਦੇ ਨਾਲ ਉਹਨਾਂ ਨੂੰ ਵਿਦਾਇਗੀ ਦੇ ਦਿੱਤੀ ਹੈ। ਉਹਨਾਂ ਦੇ ਜੱਦੀ ਪਿੰਡ ਟਿੱਬੀ ਹਰੀ ਸਿੰਘ ਦੇ ਵਿੱਚ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ। ਇਸੇ ਤਰ੍ਹਾਂ ਖਬਰ ਮਿਲੀ ਹੈ ਪਿੰਡ ਰਾਮਪੁਰ ਛੰਨਾ ਦੇ ਕਿਸਾਨ ਦੀ। ਇਹ ਪੈਂਦਾ ਹੈ ਅਮਰਗੜ੍ਹ ਦੇ ਨੇੜੇ ਪਿੰਡ। ਅਮਰਗੜ੍ਹ ਦਾ ਨੇੜਲਾ ਪਿੰਡ ਹੈ ਪਿੰਡ ਰਾਮਪੁਰ ਛੰਨਾ। ਉੱਥੋਂ ਦਾ ਇੱਕ ਨੌਜਵਾਨ ਕਿਸਾਨ ਉਹ ਵੀ ਮੌਤ ਨੂੰ ਗਲੇ ਲਾ ਗਿਆ। ਜਾਣਕਾਰੀ ਅਨੁਸਾਰ ਸੰਦੀਪ ਕੁਮਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਸੀ। 1 ਫਰਵਰੀ ਨੂੰ ਪਿੰਡ ਦੇ ਜਥੇ ਦੇ ਨਾਲ ਉਹ ਦਿੱਲੀ ਗਏ ਸਨ ਅਤੇ 2 ਫਰਵਰੀ ਨੂੰ ਭਾਵ ਅਗਲੇ ਦਿਨ ਹੀ ਦੂਸਰੇ ਦਿਨ ਲਗਭਗ ਰਾਤ ਦੇ 1 ਵਜੇ ਉਹਨਾਂ ਨੂੰ ਦਿਲ ਦਾ ਦੌਰਾ ਪਿਆ, ਜਿਹੜਾ ਜਾਨਲੇਵਾ ਸਾਬਤ ਹੋਇਆ। ਸੰਦੀਪ ਕੁਮਾਰ ਦੇ ਪਰਿਵਾਰ ਕੋਲ ਸਿਰਫ 2 ਏਕੜ ਜ਼ਮੀਨ ਹੈ। ਸੰਦੀਪ ਕੁਮਾਰ ਤੇ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਮਾੜੀ ਦੱਸੀ ਜਾ ਰਹੀ ਹੈ। ਤੁਸੀਂ ਦੇਖੋ ਕਿ ਗਰੀਬ ਤੋਂ ਲੈ ਕੇ ਵੱਡੇ ਕਿਸਾਨ ਤੱਕ ਇਸ ਵਕਤ ਇਹਨਾਂ ਕਾਨੂੰਨਾਂ ਦੀ ਵਿਰੋਧਤਾ ਹੋ ਰਹੀ ਹੈ। ਸਰਕਾਰ ਇੱਕ ਫੋਨ ਕਾਲ ਦੀ ਦੂਰੀ ਤੇ ਵਾਰ-ਵਾਰ ਦੱਸ ਰਹੀ ਹੈ, ਪਰ ਹਾਲੇ ਤੱਕ ਉਹਨਾਂ ਕੋਲੋਂ ਉਹ ਇੱਕ ਫੋਨ ਕਾਲ ਦੀ ਦੂਰੀ ਜਿਹੜੀ ਪਤਾ ਨਹੀਂ ਕਿੰਨੇ ਕੁ ਕਿਲੋਮੀਟਰ ਦੀ ਸਮਝੋ। ਅਸਲ ਦੇ ਵਿੱਚ ਹੁਣ ਅਸੀਂ ਜਦੋਂ ਫੋਨ ਕਰਦੇ ਹਾਂ, ਤੁਹਾਡੇ ਨਾਲ ਪ੍ਰੋਗਰਾਮ ਕਰਦੇ ਹਾਂ, ਇੱਕ ਦੁਨੀਆ ਦਾ ਕੋਨਾ ਦੂਸਰੀ ਦੁਨੀਆ ਦੇ ਕੋਨੇ ਨਾਲ ਜੁੜਿਆ ਹੋਇਆ। ਇਹ ਡਾਟ ਕਦੋਂ ਮਿਲਣਗੇ, ਕਦੋਂ ਆਪਸੀ ਸਮਝੌਤਾ ਹੋਵੇਗਾ, ਕਦੋਂ ਗੱਲਬਾਤ ਹੋਏਗੀ, ਕਦੋਂ ਆ ਲੋਕ ਜਿਹੜੇ ਆਪਣੇ ਹੱਕ ਮੰਗਦੇ ਮੰਗਦੇ ਲਗਾਤਾਰ ਮੌਤਾਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ, ਕਦੋਂ ਇਸ ਨੂੰ ਠੱਲ ਪਏਗੀ, ਇਹ ਤਾਂ ਹਾਲੇ ਸਮੇਂ ਦੀ ਕੁੱਖ ਵਿੱਚ ਸਵਾਲ ਹੈ। ਪਰ ਅਪੀਲ ਕਰਦੇ ਹਾਂ ਸਰਕਾਰ ਨੂੰ ਵੀ ਤੇ ਕਿਸਾਨਾਂ ਨੂੰ ਵੀ, ਜਿਹੜੇ ਇਸ ਵਕਤ ਅੰਦੋਲਨ ਤੇ ਡਟੇ ਹੋਏ ਨੇ, ਕਿ ਖਾਣ ਪੀਣ ਦਾ ਧਿਆਨ ਜਿੱਥੇ ਰੱਖ ਰਹੇ ਹੋ ਉੱਥੇ ਗਰਮ ਕੱਪੜਿਆਂ ਦਾ ਖਿਆਲ ਵੀ ਰੱਖੋ, ਕਿਉਂਕਿ ਜਿਉਂ ਕਈ ਵਾਰੀ ਆਪਾਂ ਜਿਹੋ ਜਿਹੇ ਘਰ ਵਿੱਚ ਕੱਪੜੇ ਪਾਉਣੇ ਆ ਉਸੇ ਤਰ੍ਹਾਂ ਦੇ ਕੱਪੜੇ ਲੈ ਕੇ ਮੋਰਚੇ ਵੱਲ ਵੱਧ ਜਾਂਦੇ ਆ। ਅਸਲ ਦੇ ਵਿੱਚ ਮੋਰਚੇ ਦੇ ਉੱਤੇ ਛੱਤ ਨਹੀਂ, ਉਸ ਤਰ੍ਹਾਂ ਦੇ ਬਿਸਤਰੇ ਨਹੀਂ, ਹੇਠਾਂ ਟਰਾਲੀਆਂ ਦੇ ਵਿੱਚ ਪਿਆ ਕੋਈ ਜ਼ਮੀਨ ਦੇ ਉੱਤੇ ਗੱਦੇ ਲਾ ਕੇ ਪਿਆ। ਸੋ ਕੁਝ ਇੱਕ ਖਿਆਲ ਰੱਖਣ ਦੀ ਜ਼ਰੂਰਤ ਹੈ ਤਾਂ ਕਿ ਜਾਨਾਂ ਬਚਾਈਆਂ ਜਾ ਸਕਣ। ਅਤੇ ਜਾਣ ਤੋਂ ਪਹਿਲਾਂ ਹੁਣ ਤੱਕ ਜਿੰਨੀਆਂ ਵੀ ਜਾਨਾਂ ਇਸ ਮੋਰਚੇ ਦੇ ਵਿੱਚ ਕੁਰਬਾਨ ਹੋਈਆਂ ਨੇ, ਸਾਰਿਆਂ ਨੂੰ ਅਸੀਂ ਆਪਣੀ ਸ਼ਰਧਾ ਤੇ ਸਤਿਕਾਰ ਭੇਂਟ ਕਰਦੇ ਹਾਂ, ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਰੀਆਂ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ। ਦੋਸਤੋ, ਇਹ ਸਨ ਕੁਝ ਜਾਣਕਾਰੀਆਂ, ਕੁਝ ਖਬਰਾਂ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਰੱਬ ਰੱਖਾ।